ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਅਧੀਨ ਮੁੱਦਾ ਵੀ ਹੈ ਅਤੇ ਪੰਜਾਬ ਦਾ ਇੱਕ ਸਿਰ ਕੱਢ ਲੀਡਰ ਵੀ ਹੈ। ਇਹ ਇੱਕ ਅਜਿਹਾ ਲੀਡਰ ਹੈ ਜੋ ਬੜਾ ਸਰਗਰਮ ਹੈ ਅਤੇ ਤਿੱਖਾ ਵੀ ਹੈ। ਇਸ ਦੀਆਂ ਸਰਗਰਮੀਆਂ ਨੇ ਪੰਜਾਬ ਸਰਕਾਰ ਨੂੰ ਬੜੇ ਲੰਮੇ ਸਮੇਂ ਤੋਂ ਵਕਤ ਪਾਇਆ ਹੋਇਆ ਸੀ। ਇਹ ਹਰ ਮੁੱਦੇ ਨੂੰ ਚੁੱਕਦਾ, ਉਹਦੇ ਉੱਤੇ ਇੱਕ ਸਟੈਂਡ ਲੈਂਦਾ ਅਤੇ ਲੋਕਾਂ ਦੇ ਹੱਕ ਵਿੱਚ ਖੜਾ ਹੋ ਜਾਂਦਾ ਅਤੇ ਇਸ ਦੀ ਬਿਆਨਬਾਜ਼ੀ ਪੰਜਾਬ ਸਰਕਾਰ ਨੂੰ ਕਈ ਵਾਰੀ ਬੜਾ ਸ਼ਰਮਿੰਦਗੀ ਵੀ ਉਠਾਉਣੀ ਪੈਂਦੀ, ਪਰ ਉਹ ਹਟਦਾ ਨਾ। ਇਸ ਦਾ ਨਾਂ ਹੈ ਸੁਖਪਾਲ ਖਹਿਰਾ, ਜੋ ਕਾਂਗਰਸ ਪਾਰਟੀ ਦਾ ਆਲ ਇੰਡੀਆ ਕਿਸਾਨ ਸੈੱਲ ਦਾ ਚੇਅਰਮੈਨ। ਸੋ ਇਸ ਦੀ ਸਭ ਤੋਂ ਵੱਡੀ ਪ੍ਰਾਪਤੀ ਵੀ ਇਹੀ ਹੈ ਕਿ ਇਸ ਨੇ ਨੈਸ਼ਨਲ ਲੈਵਲ 'ਤੇ ਇੱਕ ਅਹੁਦਾ ਪ੍ਰਾਪਤ ਕੀਤਾ, ਜੋ ਇਹਦੀ ਆਪਣੀ ਮਿਹਨਤ ਅਤੇ ਸਿਆਸੀ ਕਮਾਈ ਕਿਹਾ ਜਾ ਸਕਦਾ। ਪਰ ਜਿਸ ਤਰ੍ਹਾਂ ਉਹ ਹੁਣ ਡਰੱਗ ਦੇ ਕੇਸ ਵਿੱਚ ਫਸ ਗਿਆ ਅਤੇ ਉਸ ਦੀ ਹੁਣ ਤੱਕ ਜ਼ਮਾਨਤ ਵੀ ਨਹੀਂ ਹੋ ਰਹੀ, ਤਾਂ ਉਸ ਦੀਆਂ ਸਿਆਸੀ ਜੀਵਨ ਦੀਆਂ ਮੁਸੀਬਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਅਤੇ ਹੋਰ ਗੰਭੀਰ ਵੀ ਹੋਈ ਜਾ ਰਹੀਆਂ। ਉਹ ਇਸ ਕਰਕੇ ਕਿ ਉਸ ਉੱਪਰ ਇੱਕ 2015 ਵਿੱਚ ਡਰੱਗ ਦਾ ਕੇਸ ਰਜਿਸਟਰ ਕੀਤਾ ਗਿਆ ਸੀ, ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਸ ਐਕਟ 1985 ਦੇ ਅਧੀਨ। ਉਸ ਕੇਸ ਵਿੱਚ ਇਹਦੀ 2022 ਵਿੱਚ ਸੁਪਰੀਮ ਕੋਰਟ ਨੇ ਬੇਲ ਕਰ ਦਿੱਤੀ, ਪਰ ਉਸ ਦੀਆਂ ਮੁਸੀਬਤਾਂ ਇਸ ਨਾਲ ਨਹੀਂ ਘਟੀਆਂ ਕਿ ਉਸ ਨੂੰ ਇੱਕ ਦਿਨ 28 ਸਤੰਬਰ ਵਾਲੇ ਦਿਨ ਤੜਕੇ 5:30 ਵਜੇ 6 ਵਜੇ ਵੱਡੀ ਪੁਲਿਸ ਦੀ ਟੀਮ ਨੇ ਆ ਕੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਆਪਣੀ ਗੱਡੀ 'ਚ ਪਾ ਕੇ ਲੈ ਗਏ। ਪੁਲਿਸ ਨੇ ਇਸ ਕੇਸ ਦੀ ਜੋ ਫਾਈਲ ਉਸਦੇ ਬੇਟੇ ਨੂੰ ਦਿਖਾਈ, ਜਿਸ ਵਿੱਚ ਉਹਦੇ ਵਾਰੰਟ ਅਰੈਸਟ ਵੀ ਲੱਗੇ ਹੋਏ ਸਨ, ਅਤੇ ਜੋ ਨਵੀਂ ਸਿੱਟ ਬਣਾਈ ਸੀਗੀ ਉਹ ਸੀਗੀ ਸਵਪਨ ਸ਼ਰਮਾ DIG ਦੀ। ਉਸ ਨੇ ਇਸ ਕੇਸ ਵਿੱਚ ਜੋ ਨਵੀਆਂ ਲੱਭਤਾਂ ਖੋਜ ਕੇ ਔਰ ਜਾਂਚ ਪੜਤਾਲ ਕਰਕੇ ਉਸ ਉੱਪਰ ਨਵੇਂ ਦੋਸ਼ ਆਇਤ ਕੀਤੇ ਸਨ, ਉਸ ਦੇ ਅਧੀਨ ਉਸ ਨੂੰ ਪੁਲਿਸ ਲੈ ਗਈ। ਸੋ ਇਹ ਪੁਰਾਣਾ ਕੇਸ ਮੁੜ ਸੁਰਜੀਤ ਹੋ ਗਿਆ ਅਤੇ ਖਹਿਰੇ ਦੀ ਜ਼ਿੰਦਗੀ ਦੀਆਂ ਮੁਸੀਬਤਾਂ ਹੋਰ ਵੱਧ ਗਈਆਂ। ਇਸ ਵੇਲੇ ਉਸ ਉੱਪਰ ਜੋ ਦੋਸ਼ ਹਨ, ਉਹਨਾਂ ਵਿੱਚੋਂ ਇੱਕ ਦੋਸ਼ ਬੜਾ ਘਾਤਕ ਹੈ। ਅਗਰ ਉਸ ਨੂੰ ਪ੍ਰੋਸੀਕਿਊਸ਼ਨ ਨੇ ਸਿੱਧ ਕਰ ਦਿੱਤਾ ਤਾਂ ਖਹਿਰੇ ਦੀ ਜਿੱਥੇ ਸਿਆਸੀ ਜੀਵਨ ਖੱਡੇ 'ਚ ਪੈ ਜਾਏਗਾ, ਉੱਥੇ ਉਹਨੂੰ 10 ਸਾਲ ਜੇਲ੍ਹ 'ਚ ਵੀ ਰਹਿਣਾ ਪਏਗਾ, ਕਿਉਂਕਿ ਉਸ ਦਾ ਕੇਸ ਇੱਕ ਆਲਰੇਡੀ ਕਨਵਿਕਟਿਡ ਡਰੱਗ ਕੇਸ ਵਿੱਚ ਗੁਰਦੇਵ ਸਿੰਘ ਦੇ ਨਾਲ ਜੋੜਿਆ ਗਿਆ। ਗੁਰਦੇਵ ਸਿੰਘ ਬੁਢਲਾਡਾ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਸੀ, ਅਤੇ ਇਹ ਜੋ ਕਸਬਾ ਹੈ, ਇਹ ਜੋ ਕਮੇਟੀ ਹੈ, ਇਹ ਸੁਖਪਾਲ ਖਹਿਰੇ ਦੀ ਅਸੈਂਬਲੀ ਸੈਗਮੈਂਟ ਪੁਲੱਥ ਵਿੱਚ ਪੈਂਦਾ ਹੈ। ਕਿਉਂਕਿ ਜੋ ਸਾਨੂੰ ਸੂਤਰਾਂ ਤੋਂ ਪਤਾ ਚੱਲਿਆ ਕਿ ਸੁਖਪਾਲ ਖਹਿਰੇ ਦੇ ਗੁਰਦੇਵ ਸਿੰਘ ਨਾਲ WhatsApp ਉੱਪਰ ਅਤੇ ਟੈਲੀਫੋਨ ਉੱਪਰ ਕਈ ਵਾਰੀ ਗੱਲਬਾਤ ਹੁੰਦੀ ਸੀ। ਚਾਹੇ ਉਹਦੇ ਵਿੱਚ ਇੱਕ ਇਸਤਰੀ ਵੀ, ਤੀਵੀਂ ਵੀ ਸੀ ਲੀਡਰ, ਪਰ ਉਸ ਤੀਵੀਂ ਦਾ ਨਾਂ ਕਿੱਥੇ ਵੀ ਇਸ ਇਨਵੈਸਟੀਗੇਸ਼ਨ ਵਿੱਚ ਜਾਂ ਇਸ ਕੇਸ ਵਿੱਚ ਨਹੀਂ ਆਇਆ। ਚਾਹੇ ਸਾਨੂੰ ਉਸ ਦਾ ਨਾਂ ਪਤਾ ਵੀ ਹੈ, ਪਰ ਅਸੀਂ ਉਸ ਦਾ ਇੱਥੇ ਨਾਂ ਲੈਣਾ ਵਾਜਬ ਨਹੀਂ ਸਮਝਦੇ, ਕਿਉਂਕਿ
ਜੇਕਰ ਉਹ ਇਸ ਕੇਸ ਵਿੱਚ ਸਿੱਧੇ ਅਸਿੱਧੇ ਤੌਰ ਤੇ ਇਨਵੋਲਵ ਨਹੀਂ, ਸੰਬੰਧਿਤ ਨਹੀਂ, ਤਾਂ ਉਸ ਦਾ ਨਾਮ ਹੀ ਨਹੀਂ ਲੈਣਾ ਚਾਹੀਦਾ। ਸੋ ਹੁਣ ਇਹ ਜੋ ਚਾਰਜ ਲੱਗੇ ਹਨ ਉਹਨਾਂ ਵਿੱਚ ਕੋਰਟ ਨੇ ਉਸ ਨੂੰ ਕੋਈ ਛੋਟ ਨਹੀਂ ਦਿੱਤੀ ਅਤੇ ਸੁਖਪਾਲ ਖਹਿਰਾ ਅਤੇ ਗੁਰਦੇਵ ਸਿੰਘ ਦੋਨਾਂ ਉੱਪਰ ਚਾਰजेस ਫਰੇਮ ਕਰਨੇ ਕਚਹਿਰੀ ਨੇ ਸ਼ੁਰੂ ਕਰ ਦਿੱਤੇ। ਇਹ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕੋਰਟ ਹੈ ਜਿਸ ਦਾ ਕੰਟਰੋਲ ਜੋ ਹੁੰਦਾ ਹੈ ਉਹ ਸਿੱਧਾ ਦੇਸ਼ ਦੀ ਜਿਹੜੀ ਈਡੀ ਬੜੀ ਮਸ਼ਹੂਰ ਹੈ ਇਨਫੋਰਸਮੈਂਟ ਡਿਪਾਰਟਮੈਂਟ ਦਿੱਲੀ ਦਾ, ਤੁਹਾਨੂੰ ਪਤਾ ਹੈ ਸਾਰੇ ਦੇਸ਼ ਵਿੱਚ ਬਹੁਤ ਮਸ਼ਹੂਰ ਹੈ ਅਤੇ 50 ਤੋਂ ਵੱਧ ਲੀਡਰਾਂ ਨੂੰ ਹੁਣ ਤੱਕ ਫੜ ਚੁੱਕਾ ਹੈ, ਜੇਲ੍ਹ 'ਚ ਦੇ ਚੁੱਕਾ ਹੈ ਅਤੇ ਹੁਣੇ ਇਹਨੇ ਰਾਜਸਥਾਨ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦੇ ਬੇਟੇ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ। ਹੋ ਸਕਦਾ ਹੈ ਕਿ ਉਸ ਦੀ ਵੀ ਅਰੈਸਟ ਹੋ ਜਾਏ ਕਿਉਂਕਿ ਕੋਈ ਅੱਧੀ ਦਰਜਨ ਤੋਂ ਵੱਧ ਥਾਵਾਂ 'ਤੇ ਰਾਜਸਥਾਨ 'ਚ ਛਾਪੇ ਮਾਰੇ ਗਏ ਅਤੇ ਨਵੇਂ ਜੋ ਦੋਸ਼ ਆਇਤ ਕੀਤੇ ਗਏ ਉਹ ਜਦੋਂ ਦਿੱਲੀ ਪੇਸ਼ ਹੋਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਈਡੀ ਉਸ ਨੂੰ ਗ੍ਰਿਫਤਾਰ ਕਰਦੀ ਹੈ ਜਾਂ ਨਹੀਂ। ਸੋ ਸੁਖਪਾਲ ਖਹਿਰੇ ਉੱਪਰ ਜੋ ਮਨੀ ਲਾਂਡਰਿੰਗ ਦਾ ਕੇਸ ਹੈ ਕਿ ਜਿਹੜਾ ਪੈਸਾ ਡਰੱਗ ਸਮਗਲਿੰਗ ਵਿੱਚੋਂ ਉਸ ਨੂੰ ਦਿੱਤਾ ਗਿਆ ਉਸ ਦਾ ਲਿੰਕ ਇੰਟਰਨੈਸ਼ਨਲ ਮਾਫੀਆ ਨਾਲ ਹੈ। ਇਹ ਈਡੀ ਦਾ ਕਹਿਣਾ ਹੈ, ਮੈਂ ਨਹੀਂ ਕਹਿ ਰਿਹਾ। ਈਡੀ ਨੇ ਕੱਲ੍ਹ ਕੋਰਟ ਵਿੱਚ ਕਿਹਾ ਕਿ ਇੰਟਰਨੈਸ਼ਨਲ ਜੋ ਡਰੱਗ ਮਾਫੀਆ ਜਿਹਦਾ ਸੰਬੰਧ ਗੁਰਦੇਵ ਸਿੰਘ ਨਾਲ ਹੈ ਉੱਥੋਂ ਜੋ ਪੈਸਾ ਆਇਆ ਪ੍ਰੋਸੀਡਸ ਉਸ ਪੈਸੇ ਨੂੰ ਦੱਸਿਆ ਉਹਨਾਂ ਨੇ ਕੋਰਟ ਨੂੰ ਕਿ ਸੁਖਪਾਲ ਖਹਿਰੇ ਨੂੰ ਵੀ ਉਹਦੇ ਵਿੱਚੋਂ ਹਿੱਸਾ ਮਿਲਿਆ। ਇਹ ਦੋਸ਼ ਹੈ, ਇਹ ਸਿੱਧ ਹੁੰਦਾ ਹੈ ਜਾਂ ਨਹੀਂ ਹੁੰਦਾ ਸਮਾਂ ਦੱਸੇਗਾ। ਪਰ ਕਿਉਂਕਿ ਗੁਰਦੇਵ ਸਿੰਘ ਪਹਿਲਾਂ ਇੱਕ ਕੇਸ ਵਿੱਚ ਕਨਵਿਕਟ ਹੋ ਚੁੱਕਾ ਹੈ ਅਤੇ ਉਸ ਨੂੰ ਸਜ਼ਾ ਹੋ ਚੁੱਕੀ ਹੈ, ਸੋ ਇਹ ਇੱਕ ਪ੍ਰਭਾਵ ਜਿਹਾ ਬਣ ਜਾਂਦਾ ਹੈ ਵੀ ਇਸ ਦਾਲ ਵਿੱਚ ਕੁਝ ਕਾਲਾ ਤਾਂ ਹੈ ਇਸ ਮਾਮਲੇ 'ਚ। ਸੋ ਖਹਿਰੇ ਦੀਆਂ ਜੋ ਮੁਸੀਬਤਾਂ ਸਿਆਸੀ ਜੀਵਨ ਦੀਆਂ ਉਹ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਔਰ ਇਹ ਕੀ ਦਿਸ਼ਾ ਵੱਲ ਜਾਂਦੀਆਂ ਇਹ ਕੋਰਟ ਦੇ ਫੈਸਲੇ ਨਾਲ ਸੰਬੰਧਿਤ ਹੈ ਕਿ ਕੋਰਟ ਇਸ ਕੇਸ ਵਿੱਚ ਕੀ ਫੈਸਲਾ ਦਿੰਦੀ ਹੈ। ਇਸ ਫੈਸਲੇ ਵਿੱਚ ਤੱਕ ਪਹੁੰਚਣ ਲਈ ਕੋਰਟ ਨੂੰ ਹੋ ਸਕਦਾ 1 ਸਾਲ ਤੋਂ 2 ਸਾਲ ਤੱਕ ਲੱਗ ਜਾਣ, ਪਰ ਕਿਉਂਕਿ ਇਹ ਈਡੀ ਦੀ ਕੋਰਟ ਹੈ ਤਾਂ ਫੈਸਲਾ ਜਲਦੀ ਵੀ ਹੋ ਸਕਦਾ। ਸੋ ਜਿਹੜੀ ਜ਼ਮਾਨਤ ਉਸ ਨੂੰ ਸੁਪਰੀਮ ਕੋਰਟ ਨੇ ਦਿੱਤੀ ਸੀ ਇਸੇ ਕੇਸ 2015 ਵਾਲੇ ਰਜਿਸਟਰ ਵਿੱਚ, ਉਸ ਨੂੰ ਅੱਜ 9 ਸਾਲ ਹੋ ਚੱਲੇ, 8 ਸਾਲ ਹੋ ਚੱਲੇ, ਤਾਂ ਇਸ ਬਾਰੇ ਦੇਖਣਾ ਪਏਗਾ ਕਿ ਸੁਖਪਾਲ ਖਹਿਰਾ ਜੋ ਪੰਜਾਬ ਦਾ ਇੱਕ ਸਿਰ ਕੱਢ ਲੀਡਰ ਹੈ ਅਤੇ ਜਿਸ ਨੇ ਆਪਣਾ ਸਿਆਸੀ ਕੈਰੀਅਰ ਬਣਾਉਣ ਵਿੱਚ ਬੜੀ ਮਿਹਨਤ ਕੀਤੀ ਹੈ, ਮੁਸ਼ੱਕਤ ਕੀਤੀ ਹੈ, ਦਿਨ ਰਾਤ ਕੰਮ ਕੀਤਾ, ਲੋਕਾਂ ਦੇ ਹੱਕਾਂ ਵਿੱਚ ਆਇਆ, ਉਹ ਲੋਕਾਂ ਦੇ ਹੱਕਾਂ 'ਚ ਬੋਲਦਾ ਹੈ ਅਤੇ ਤੀਜੀ ਵਾਰੀ ਉਹ MLA ਬਣਿਆ। ਉਸ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੇ BJP ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ 'ਚ ਰਿਹਾ। ਉਹ ਆਮ ਆਦਮੀ ਪਾਰਟੀ ਵਿੱਚ ਵੀ ਸੀ, ਉਹਨਾਂ ਦਾ ਇਹ ਅਸੈਂਬਲੀ ਵਿੱਚ ਜੋ ਸੀ ਚੰਗਾ ਸਟੇਟਸ ਸੀ ਇਹਦੇ ਕੋਲ, ਇਹਦੀ ਗੜਬੜ ਹੋ ਗਈ ਆਮ ਆਦਮੀ ਪਾਰਟੀ ਨਾਲ, ਤਾਂ ਇਸ ਨੇ ਹੁਣ ਕਾਂਗਰਸ ਜੁਆਇਨ ਕਰ ਲਈ ਅਤੇ ਕਾਂਗਰਸ ਵੱਲੋਂ ਇਹ ਭਲਾਤੋਂ ਸੀਟ ਜਿੱਤੀ ਆ ਉਹਨੇ ਤੀਸਰੀ ਵਾਰ। ਖਹਿਰੇ ਦਾ ਇਹ ਕਹਿਣਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਉਹਦੇ ਨਾਲ ਕਿਹੜਾ ਕੱਢ ਰਿਹਾ, ਉਹ ਬਦਲਾ ਲੈ ਰਿਹਾ, ਪਰ ਇਹ ਤਾਂ ਕੇਸ ਕ੍ਰਿਮੀਨਲ ਹੈ। ਇਹਦੇ ਵਿੱਚ ਤਾਂ ਈਡੀ ਨੂੰ ਜੋ ਉਹਨਾਂ ਨੇ ਦੋਸ਼ ਇਹਦੇ 'ਤੇ ਆਇਤ ਕੀਤੇ ਔਰ ਜੋ ਦੋਸ਼ ਹੈਗੇ ਉਹ ਨਾਰਕੋਟਿਕ ਡਰੱਗ ਅਤੇ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1900
85 ਦੇ ਅਧੀਨ ਹਨ। ਸੋ ਇਹ ਸੀਰੀਅਸ ਕੇਸ ਹੈ, ਇਸ ਦੀਆਂ ਇੰਪਲੀਕੇਸ਼ਨ ਵੀ ਬੜੀਆਂ ਸੀਰੀਅਸ ਹੋਣਗੀਆਂ, ਕਿਉਂਕਿ ਜੇਕਰ ਇਸ ਕੇਸ ਵਿੱਚ ਸੁਖਪਾਲ ਖਹਿਰਾ ਬਰੀ ਨਹੀਂ ਹੁੰਦਾ ਤਾਂ ਉਸ ਨੂੰ 10 ਸਾਲ ਸਜ਼ਾ ਵੀ ਹੋ ਸਕਦੀ ਹੈ ਤੇ 1 ਲੱਖ ਰੁਪਇਆ ਜੁਰਮਾਨਾ ਵੀ ਹੋ ਸਕਦਾ। ਸੋ ਉਹ ਹੁਣ ਈਡੀ ਦੇ ਕਟਹਿਰੇ 'ਚ ਫਸ ਗਿਆ, ਜੇਲ੍ਹ ਵਿੱਚ ਉਹ ਰਹਿ ਰਿਹਾ। ਉਸ ਨੇ ਜੋ ਪਟੀਸ਼ਨ ਕੋਰਟ ਵਿੱਚ ਪਾਈ ਸੀ ਕਿ ਉਸ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕੀਤਾ ਜਾਏ, ਉਸ ਨੂੰ 20 ਸਤੰਬਰ ਨੂੰ ਕੋਰਟ ਨੇ ਰਿਜੈਕਟ ਕਰ ਦਿੱਤਾ ਅਤੇ ਸਾਰਾ ਕੇਸ ਇਸ ਗੱਲ ਦੁਆਲੇ ਘੁੰਮਦਾ ਹੈ ਕਿ ਗੁਰਦੇਵ ਸਿੰਘ ਜੋ ਪਹਿਲਾਂ ਵੀ ਡਰੱਗ ਦੇ ਕੇਸ ਵਿੱਚ ਕਨਵਿਕਟ ਹੋ ਚੁੱਕਾ ਹੈ, ਉਹਦੇ ਨਾਲ ਇਹਦਾ ਨੇੜੇ ਦਾ ਰਿਸ਼ਤਾ ਹੈ। ਗੁਰਦੇਵ ਸਿੰਘ ਦਾ ਰਿਸ਼ਤਾ ਜੋ ਹੈ ਉਹ ਇੰਟਰਨੈਸ਼ਨਲ ਜੋ ਡਰੱਗ ਮਾਫੀਆ ਉਹਦੇ ਨਾਲ ਹੈ। ਸੋ ਸੁਖਪਾਲ ਖਹਿਰਾ ਨੇ ਕਈ ਵਾਰੀ ਗੁਰਦੇਵ ਸਿੰਘ ਨੂੰ ਮਨਾ ਵੀ ਕੀਤਾ ਕਿ ਤੂੰ ਮੈਨੂੰ ਟੈਲੀਫੋਨਾਂ ਨਾ ਕਰਿਆ ਕਰ, ਔਰ ਇਹ ਗੱਲ ਉਹਨੇ ਜਨਤਕ ਵੀ ਕੀਤੀ ਹੈ ਕਿ ਮੈਂ ਇਹਨੂੰ ਮਨਾ ਵੀ ਕਰਦਾ ਰਿਹਾ ਵੀ ਤੂੰ ਮੇਰੇ ਲਈ ਮੁਸੀਬਤਾਂ ਖੜੀਆਂ ਕਰੇਗਾ। ਜੋ ਸੁਖਪਾਲ ਖਹਿਰਾ ਨੇ ਸੋਚਿਆ ਸੀ ਉਹ ਸੱਚ ਸਾਬਤ ਹੋਇਆ। ਸੋ ਸੁਖਪਾਲ ਖਹਿਰਾ ਨਵੀਆਂ ਮੁਸੀਬਤਾਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਔਰ ਇਸ ਵਿੱਚੋਂ ਉਸ ਦੇ ਨਿਕਲਣ ਦੀ ਜੋ ਸੰਭਾਵਨਾ ਹੈ ਉਹ ਤਾਂ ਹੀ ਹੋਏਗੀ ਜੇਕਰ ਖਹਿਰਾ ਤੇ ਉਸ ਦੇ ਵਕੀਲਾਂ ਦੀ ਟੀਮ ਇਹ ਸਿੱਧ ਕਰ ਸਕੇਗੀ ਕਿ ਖਹਿਰੇ ਉੱਪਰ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਉਹ ਡਰੱਗ ਦੇ ਕੇਸ ਵਿੱਚ ਕਿਸੇ ਤਰ੍ਹਾਂ ਵੀ ਸਮਗਲਿੰਗ ਵਿੱਚ, ਤਸਕਰੀ 'ਚ ਇਨਵੋਲਵਡ ਨਹੀਂ। ਕਿਉਂਕਿ ਗੁਰਦੇਵ ਸਿੰਘ ਜੋ 2017 ਵਿੱਚ ਕਨਵਿਕਟ ਹੋਇਆ ਸੀ, ਉਹ ਇਸ ਕੇਸ ਦਾ ਦੂਜਾ ਮੁੱਖ ਦੋਸ਼ੀ ਹੈ ਔਰ ਉਸ ਦੀ ਰੈਪੂਟੇਸ਼ਨ ਵੀ ਕੋਈ ਉਹਦੇ ਹੱਕ 'ਚ ਬੋਲਣ ਨੂੰ ਤਿਆਰ ਨਹੀਂ। ਕੱਲ੍ਹ ਜੋ ਕੋਰਟ ਵਿੱਚ ਸੁਖਪਾਲ ਖਹਿਰਾ ਦੀ ਤਰੀਕ ਸੀਗੀ, ਉਸ ਤਰੀਕ ਵਿੱਚ ਸੁਖਪਾਲ ਖਹਿਰਾ ਨੇ ਉਹਦੇ ਉੱਪਰ ਲਾਏ ਗਏ ਦੋਸ਼, ਆਇਤ ਕੀਤੇ ਗਏ ਦੋਸ਼ ਸਿੱਟ ਵੱਲੋਂ ਉਸਨੇ ਡਿਨਾਈ ਕਰ ਦਿੱਤੇ, ਬੇਬੁਨਿਆਦ ਕਰ ਦਿੱਤੇ। ਉਸਨੇ ਕਿਹਾ ਮੈਂ ਇਹਨਾਂ ਨੂੰ ਨਹੀਂ ਮੰਨਦਾ, ਕਬੂਲ ਨਹੀਂ ਕਰਦਾ, ਇਹ ਸਭ ਝੂਠੇ ਹਨ। ਇਸੇ ਤਰ੍ਹਾਂ ਗੁਰਦੇਵ ਸਿੰਘ ਨੇ ਵੀ ਉਹਨਾਂ ਦੋਸ਼ਾਂ ਨੂੰ ਨਹੀਂ ਮੰਨਿਆ ਅਤੇ ਝੂਠਾ ਗਿਆ ਅਤੇ ਇਸ ਤੋਂ ਬਾਅਦ ਹੁਣ ਇਹ ਜੋ ਕੇਸ ਹੈ ਅੱਗੇ ਨੂੰ ਤੁਰ ਪਿਆ। ਇਹ ਕਿੰਨਾ ਸਮਾਂ ਲਏਗਾ ਕਿਉਂਕਿ ਹੁਣ ਅਗਲੀ ਪੇਸ਼ੀ ਨਵੰਬਰ 17 ਨੂੰ ਹੋਏਗੀ। ਪਰ ਜਿਸ ਪ੍ਰਕਾਰ ਸੁਖਪਾਲ ਖਹਿਰਾ ਅਰੈਸਟ ਹੋਣ ਤੋਂ ਪਹਿਲੇ ਹਮੇਸ਼ਾ ਹੀ ਕੰਟਰੋਵਰਸੀਆਂ 'ਚ ਚਰਚਾ ਦਾ ਵਿਸ਼ਾ ਰਹਿੰਦਾ ਸੀ, ਸੋਸ਼ਲ ਮੀਡੀਆ 'ਤੇ ਬੜਾ ਐਕਟਿਵ ਸੀ ਅਤੇ ਉਸ ਦੇ ਫੈਨ ਦੀ ਫਾਲੋਅਰ ਬਹੁਤ ਵੱਡੀ ਹੈ, ਫਾਲੋਇੰਗ, ਔਰ ਉਸ ਦੇ ਫੈਨ ਜਿਹੜੇ ਉਸ ਨੂੰ ਬਿਲਕੁਲ ਨਹੀਂ ਕਬੂਲ ਕਰਦੇ ਕਿ ਉਹ ਡਰੱਗ ਦਾ ਕੰਮ ਕਰਦਾ ਸੀ ਇਸ ਧੰਦੇ ਵਿੱਚ। ਅਤੇ ਉਸ ਦੇ ਜੋ ਸਿਆਸੀ ਸਾਥੀ ਹਨ ਕਾਂਗਰਸ ਵਿੱਚ, ਜਿਵੇਂ ਕਿ ਅਮਰਿੰਦਰ ਸਿੰਘ, ਰਾਜਾ ਵੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਜਾਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਹਨ, ਉਹ ਇਸ ਗੱਲ ਉੱਪਰ ਜ਼ਰਾ ਵੀ ਵਿਸ਼ਵਾਸ ਨਹੀਂ ਕਰਦੇ ਕਿ ਸੁਖਪਾਲ ਖਹਿਰਾ ਡਰੱਗ ਦੀ ਸਮਗਲਿੰਗ ਕਰਦਾ ਸੀ ਅਤੇ ਉਹਦੇ ਵਿੱਚੋਂ ਉਹ ਪੈਸੇ ਕਮਾਉਂਦਾ ਸੀ। ਸੋ ਚਰਚਾ ਵਿੱਚ ਤਾਂ ਹੋਰ ਵੀ ਬੜੀਆਂ ਗੱਲਾਂ ਹਨ ਜਿਨ੍ਹਾਂ ਦਾ ਅਸੀਂ ਇੱਥੇ ਤੁਹਾਡੇ ਨਾਲ ਸਾਂਝ ਨਹੀਂ ਪਾ ਸਕਦੇ ਕਿਉਂਕਿ ਕੋਰਟ ਵਿੱਚ ਕੇਸ ਹੈ। ਤਾਂ ਇੱਥੇ ਅੱਜ ਇੰਨਾ ਹੀ ਦੱਸਣਾ ਕਾਫੀ ਹੈ ਕਿ ਪੰਜਾਬ ਦੇ ਇੱਕ ਸਿਰਕੱਢ ਲੀਡਰ ਨੇ ਛੋਟੀ ਜਿਹੀ ਗਲਤੀ ਕਰਕੇ ਆਪਣੇ ਸਿਆਸੀ ਕੈਰੀਅਰ ਦੀਆਂ ਮੁਸੀਬਤਾਂ ਬਹੁਤ ਵਧਾ ਲਈਆਂ, ਜਿੱਦਾਂ ਕਿ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਅਤੇ ਉਹ ਲੰਮੇ ਸਮੇਂ ਤੱਕ ਜੇ ਜੇਲ੍ਹ 'ਚ ਰਿਹਾ ਤਾਂ ਉਸ ਦਾ ਸਿਆਸੀ ਜੋ ਕੈਰੀਅਰ ਹੈ, ਸਿਆਸੀ ਜੀਵਨ ਹੈ, ਉਸ ਉੱਪਰ ਵੀ ਕਾਫੀ ਅਸਰ ਪੈ ਸਕਦਾ। ਤੋ ਅੱਜ ਦੀ ਇਸ ਜੋ ਅਸੀਂ ਵਿਸਤਾਰਪੂਰਵਕ ਸੁਖਪਾਲ ਖਹਿਰਾ ਦੇ ਜੀਵਨ ਅਤੇ ਉਹਦੇ ਉੱਤੇ ਲੱਗੇ ਦੋਸ਼ਾਂ ਬਾਰੇ ਜੋ ਚਰਚਾ ਤੁਹਾਡੇ ਸਾਹਮਣੇ ਰੱਖੀ ਹੈ, ਉਮੀਦ ਹੈ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਤੁਸੀਂ ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਇਸ ਦੀ ਸਾਂਝ ਪਾਓ ਅਤੇ ਇਹ ਕੇਸ ਸਿਆਸੀ ਲੀਡਰਾਂ ਲਈ ਵੀ ਇੱਕ
ਅਜਿਹਾ ਬਣ ਗਿਆ ਕਿ ਉਹਨਾਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਦੀ ਵੀ ਗਲਤ ਬੰਦਿਆਂ ਨੂੰ, ਜਿਨ੍ਹਾਂ ਦਾ ਜੀਵਨ ਜੋ ਹੈ ਉਹ ਕ੍ਰਾਈਮ ਨਾਲ ਸੰਬੰਧਿਤ ਹੈ, ਜੁਰਮ ਨਾਲ ਸੰਬੰਧਿਤ ਹੈ, ਉਹ ਜੁਰਮ ਕਿਸੇ ਕਿਸਮ ਦਾ ਵੀ ਹੋਵੇ, ਉਹਦੇ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ। ਚਰਚਾ ਨੂੰ ਸਮਾਪਤ ਕਰਦੇ ਹਾਂ। ਸਤਿ ਸ੍ਰੀ ਅਕਾਲ।